ਮੈਂ ਨੇੜੇ ਅੱਪੜ ਗਿਆ। ਜ਼ੋਰਾ ਖੌਰੇ ਵੇਖ ਰਹੀ ਸੀ। ਝੱਟ ਸਬਜ਼ੀ ਵਿੱਚ ਆ ਗਈ। ਅੱਜ ਫੇਰ ਉਸ ਗੁੱਤ ਵਿੱਚ ਮੋਟਾ ਲਾਲ ਪਰਾਂਦਾ ਪਰੋਇਆ ਹੋਇਆ ਸੀ। ਲੀੜੇ ਵੀ ਲਾਲ ਪਾਏ ਹੋਏ ਸਨ ਤੇ ਉਹਦਾ ਰੰਗ ਵੀ ਲਾਲ ਸੀ। ਸਵੇਰੇ ਸਵੇਰੇ ਭਖਦਾ ਲਾਲ ਰੰਗ ਵੇਖ ਕੇ ਮੇਰਾ ਜੀ ਬਹੁਤ ਰਾਜੀ ਹੋਇਆ। ਉਸ ਅੱਖਾਂ ਭਰ ਕੇ ਮੇਰੇ ਵੱਲ ਵੇਖਿਆ। ਅੱਜ ਉਹਦੀ ਵੇਖਣੀ ਵਿੱਚ ਕੋਈ ਬਹੁਤ ਹੀ ਗੂੜ ਸੀ। ਪਹਿਲੇ ਨਾਲੋਂ ਵੀ ਉਹਦੀਆਂ ਅੱਖਾਂ ਮੋਟੀਆਂ ਮੋਟੀਆਂ ਲੱਗ ਰਹੀਆਂ ਸਨ, ਪਰ ਉਹ ਆਪ ਚੁੱਪ ਸੀ। ਹਮੇਸ਼ਾ ਉਹ ਪਹਿਲੇ ਬੁਲਾਇਆ ਕਰਦੀ ਸੀ, ਛੇੜਿਆ ਕਰਦੀ ਸੀ, ਹੱਸਿਆ ਕਰਦੀ ਸੀ, ਪਰ ਅੱਜ ਚੁੱਪ ਸੀ। ਸਬਜ਼ੀ ਵਿੱਚ ਐਵੇਂ ਇੱਧਰ ਉੱਧਰ ਫਿਰਨ ਲੱਗ ਪਈ। ਮੈਥੋਂ ਰਿਹਾ ਨਾ ਗਿਆ। ਨੇੜੇ ਹੋ ਕੇ ਆਖਿਆ, ਅੱਜ ਤੇ ਅੱਗ ਲੱਗੀ ਜਾਪਦੀ ਏ। ਮੇਰਾ ਇਸ਼ਾਰਾ ਲਾਲ ਰੰਗ ਤੇ ਲਾਲ ਲੀੜਿਆਂ ਵੱਲ ਸੀ, ਪਰ ਉਸ ਪਰਤ ਕੇ ਆਖਿਆ, ਅੱਗ ਲੱਗਦੀ ਬੁਝਦੀ ਰਹਿੰਦੀ ਏ, ਪਰ ਦਿਲ ਕਦੀ ਕਦੀ ਲੱਗਦਾ ਏ। ਉਹ ਸਮਝੀ ਮੈਂ ਟਚਕਰ ਜਾਣ ਬੁੱਝ ਕੇ ਕੀਤੀ ਏ। ਮੈਨੂੰ ਅਫਸੋਸ ਹੋਇਆ। ਜ਼ੋਰਾ, ਮੈਂ ਤੇਰਾ ਦਿਲ ਦੁਖਾਵਣ ਤੇ ਨਹੀਂ ਆਇਆ। ਮੈਂ ਤੇ ਤੈਨੂੰ ਨਹੀਂ ਨਹੀਂ, ਤੂੰ ਕੋਈ ਗੱਲ ਨਾ ਕਰ। ਉਸ ਮੇਰੀ ਗੱਲ ਟੋਕ ਦਿੱਤੀ। ਨਾ ਕੁਝ ਤੇਰੇ ਵੱਸ ਵਿੱਚ ਏ, ਨਾ ਮੇਰੇ। ਕਸੂਰ ਤੇ ਦੋਸ਼ ਕਿਸੇ ਦਾ ਵੀ ਨਹੀਂ। ਹਾਲਾਤ ਹੀ ਇੰਝ ਦੇ ਨੇ, ਵੇਲਾ ਹੀ ਇੰਝ ਦਾ ਏ। ਉਹ ਬੋਲੀ ਜਾ ਰਹੀ ਸੀ। ਮੇਰਾ ਜੀ ਕਰਦਾ ਸੀ ਕਿ ਉਹਦੇ ਸੂਹੇ ਲੀੜਿਆਂ ਤੇ ਭਖਦੇ ਜੁੱਸੇ ਨੂੰ ਛੂਹ ਕੇ ਵੇਖਾਂ। ਉਹਨੇ ਆਖਿਆ, ਗੋਗੀ, ਔਰਤ ਆਮ ਸੜਕ ਵਾਂਗ ਨਹੀਂ ਹੁੰਦੀ ਕਿ ਹਰ ਕੋਈ ਟੁਰਿਆ ਫਿਰੇ। ਔਰਤ ਦੀ ਹਿੱਕ ਨਰਮ ਤੇ ਮੁਲਾਇਮ ਹੁੰਦੀ ਏ। ਇਹਦੀ ਗੋਦ ਬੜੀ ਕੂਲੀ ਤੇ ਨਿੱਘੀ ਹੁੰਦੀ ਏ। ਹਰ ਕੋਈ ਇਹਦੀ ਗੋਦ ਵਿੱਚ ਨਹੀਂ ਸਮਾ ਸਕਦਾ। ਇਹਦੇ ਦਿਲ ਦੀ ਸੜਕ ਉੱਤੇ ਜਿਹੜੇ ਪਹਿਲੇ ਕਦਮ ਟਿਕ ਜਾਵਣ, ਸਾਰੀ ਹਯਾਤੀ ਉਹਨਾਂ ਕਦਮਾਂ ਦੇ ਨਿਸ਼ਾਨ ਨਹੀਂ ਮਿਟਦੇ। ਇਹ ਨਿਸ਼ਾਨ ਹੀ ਔਰਤ ਲਈ ਸਭ ਤੋਂ ਕੀਮਤੀ ਹੁੰਦੇ ਨੇ। ਔਰਤ ਦੀ ਹਯਾਤੀ ਵਿੱਚ ਜਿਹੜੇ ਜਜ਼ਬੇ ਇੱਕ ਵਾਰੀ ਪਲ ਜਾਵਣ, ਫਿਰ ਉਹ ਕਦੇ ਨਹੀਂ ਮਰਦੇ। ਪਰ ਜ਼ੋਰਾ ਮੇਰਾ ਤੇ ਤੂੰ ਕੋਈ ਗੱਲ ਨਾ ਕਰ। ਉਸ ਮੇਰੀ ਗੱਲ ਟੋਕ ਦਿੱਤੀ। ਇਹ ਤੇਰਾ ਦੁੱਖ ਨਹੀਂ, ਤੂੰ ਮਰਦੇ। ਨਾਲੇ ਇਹੋ ਜਿਹੇ ਕੱਚੇ ਤੇ ਆਬੂ ਜਜ਼ਬੇ ਤੇਰੀ ਲੋੜ ਦੇ ਨਹੀਂ। ਤੇਰੇ ਜਜ਼ਬੇ ਤੇ ਨਿਸ਼ਾਨੇ ਕੁਝ ਹੋਰ ਨੇ। ਨਾ ਜ਼ੋਰਾ, ਮੈਂ ਕੋਈ ਗਲਤ ਬੰਦਾ ਨਹੀਂ ਆ ਤੇ ਨਾ ਹੀ ਮੇਰੇ ਜਜ਼ਬੇ ਤੇ ਨਿਸ਼ਾਨੇ ਕੁਝ ਹੋਰ ਨੇ। ਮੈਂ ਤੈਨੂੰ ਕਦੋਂ ਗਲਤ ਕਹਿੰਦੀ ਆ? ਮੈਂ ਤੇਰੀ ਅੰਦਰਲੀ ਅੱਗ ਦੀ ਗੱਲ ਕੀਤੀ ਏ ਕਿ ਜੋ ਮੈਂ ਹੁਣ ਤੀਕ ਮਹਿਸੂਸ ਕੀਤੀ ਏ। ਤੂੰ ਫੁੱਲਾਂ ਉੱਤੇ ਬਹਿ ਕੇ ਰਸ ਚੂਸਣ ਵਾਲਾ ਭੰਵਰਾ ਨਹੀਂ। ਤੇਰੀ ਉਡਾਰੀ ਕੁਝ ਹੋਰ ਏ। ਐਵੇਂ ਪੰਧ ਖੋਟਾ ਨਾ ਕਰ, ਐਵੇਂ ਟਾਲ ਨਾ ਜ਼ੋਰਾ। ਮੈਂ ਗੈਰਾਂ ਵਾਲੀ ਤੇ ਕੋਈ ਗੱਲ ਨਹੀਂ ਕੀਤੀ। ਫਿਰ ਦੋਸ਼ ਕਿਉਂ ਦੇਨੀ ਏ? ਮੇਰਾ ਹੋਰ ਕੋਈ ਪੰਧ ਨਹੀਂ। ਮੈਂ ਕਦੋਂ ਦੋਸ਼ ਦੇਨੀ ਆ ਤੇ ਨਾ ਹੀ ਤੈਨੂੰ ਗੈਰ ਸਮਝਦੀ ਆ। ਮੈਂ ਤੇ ਤੇਰੇ ਨਾਲ ਮੁਹੱਬਤ ਕਰਨੀ ਆ। ਮਿੱਟੀ ਤੇ ਖੇ ਮੁਹੱਬਤ ਕਰਨੀ ਏ। ਆਮਦਿਆਂ ਕੁਝ ਹੋਰ ਤਾਨੇ ਦੇਣ ਲੱਗ ਪਈ ਏ। ਵੇਖ ਜ਼ੋਰਾ, ਖੁੱਲ੍ਹ ਕੇ ਦਿਲ ਦੀ ਗੱਲ ਕਰ। ਮੈਂ ਕੋਈ ਕਮੀਨਾ ਬੰਦਾ ਨਹੀਂ ਆ ਕਿ ਸ਼ੋਧਪੁਣਾ ਕਰਾਂ। ਮੈਂ ਹਰ ਤਰ੍ਹਾਂ ਦੀ ਕੁਰਬਾਨੀ ਦੇ ਸਕਣਾ ਵਾਂ। ਮੇਰੇ ਵਿੱਚ ਇੰਨੀ ਹਿੰਮਤ ਤੇ ਜ਼ੁਰਤ ਹੈ। ਮੈਂ ਆਪਣੀ ਹਿੱਕ ਉੱਤੇ ਹੱਥ ਮਾਰ ਕੇ ਆਖਿਆ। ਜ਼ੋਰਾ ਮੁਸਕਰਾਈ। ਉਸ ਮੇਰੀ ਗੱਲ ਨੂੰ ਉਂਗਲੀ ਨਾਲ ਦਬਾਇਆ ਤੇ ਆਖਿਆ, ਗੋਗੀ, ਤੇਰੀ ਕੁਰਬਾਨੀ ਦੀ ਲੋੜ ਤੇਰੀ ਭੂਆ ਨੂੰ ਏ। ਵੱਟਾ ਸੱਟਾ ਨਾ ਹੁੰਦਾ ਤੇ ਹੋਰ ਗੱਲ ਸੀ। ਲੈ, ਅਜੇ ਕਿਹੜਾ ਹੋ ਗਿਆ ਏ, ਗੱਲ ਹੀ ਹੋਈ ਏ ਨਾ। ਮੈਂ ਆਖਿਆ। ਮੈਂ ਤੇ ਹਾਂ ਨਹੀਂ ਕੀਤੀ। ਗੱਲ ਦਾ ਹੀ ਤੇ ਸਾਰਾ ਮੁੱਲ ਹੁੰਦਾ ਏ। ਜ਼ੋਰਾ ਬੋਲੀ, ਤੇਰੀ ਮੇਰੀ ਵੀ ਤੇ ਗੱਲ ਹੀ ਏ ਨਾ, ਹੋਰ ਕੀ ਏ? ਅਤੇ ਫਿਰ ਹੁਣ ਨਵੀਂ ਗੱਲ ਵਾਸਤੇ ਪੁਰਾਣੀ ਗੱਲ ਨੂੰ ਭੁੱਲ ਜਾਵਾਂ? ਮੈਂ ਜਜ਼ਬਾਤੀ ਹੋ ਰਿਹਾ ਸਾਂ। ਵੇਖ ਜ਼ੋਰਾ, ਵੇਖ, ਉਸ ਬੜੇ ਹੌਸਲੇ ਤੇ ਨਰਮ ਸੁਭਾਅ ਨਾਲ ਆਖਿਆ। ਜਿਸ ਕੁੜੀ ਦੀ ਮੰਗਣੀ ਟੁੱਟ ਜਾਵੇ, ਜੱਗ ਵਿੱਚ ਉਹਦੀ ਇੱਜ਼ਤ ਘਟ ਜਾਂਦੀ ਏ। ਤੇਰੀ ਭੂਆ ਮੇਰੀ ਸਹੇਲੀ ਏ, ਪਹਿਲੀ ਸਹੇਲੀ। ਤੈਨੂੰ ਪਤਾ ਏ ਨਾ, ਉਹ ਮੇਰੇ ਨਾਲ ਕਿੰਨਾ ਪਿਆਰ ਕਰਦੀ ਏ, ਸਕੀ ਭੈਣ ਨਾਲੋਂ ਬਹੁਤਾ। ਹਾਂ, ਮੈਨੂੰ ਪਤਾ ਏ। ਅਤੇ ਫੇਰ ਤੈਨੂੰ ਮੇਰੀ ਸਹੇਲੀ ਵਾਸਤੇ ਸੁੱਖ ਖਰੀਦਣੇ ਹੋਵਣਗੇ। ਮੈਂ ਚੁੱਪ ਕਰ ਗਿਆ। ਮੇਰੇ ਕੋਲ ਹੁਣ ਜਵਾਬ ਦੇਣ ਲਈ ਹਿੰਮਤ ਨਹੀਂ ਸੀ ਰਹੀ। ਮੈਨੂੰ ਚੁੱਪ ਵੇਖ ਕੇ ਉਸ ਆਖਿਆ, ਯਾਦ ਈ ਗੋਗੀ, ਮੈਂ ਤੇਰਾ ਮੂੰਹ ਚੁੰਮ ਲਿਆ ਕਰਦੀ ਸਾਂ। ਮੈਂ ਸਿਰ ਹਿਲਾ ਕੇ ਇਕਰਾਰ ਕੀਤਾ ਤੇ ਉਸ ਆਖਿਆ, ਪਤਾ ਹੀ ਕਿਉਂ? ਮੈਂ ਰੋਣ ਹਾਕਾ ਸਾਂ। ਬੋਲਿਆ, ਨਿੱਕਾ ਸਮਝ ਕੇ। ਮੇਰੇ ਇਸ ਢੰਗ ਨਾਲ ਬੋਲਣ ਤੇ ਉਸ ਦਾ ਹਾਸਾ ਨਿਕਲ ਗਿਆ। ਬੋਲੀ, ਨਹੀਂ ਵੇ ਗੋਗੀ, ਨਿੱਕਾ ਸਮਝ ਕੇ ਨਹੀਂ, ਨਾ ਹੀ ਮੈਂ ਤੈਨੂੰ ਛੋਟਾ ਸਮਝਦੀ ਆ। ਪਤਾ ਨਹੀਂ ਕਿਹੜੀ ਸ਼ੈ ਤੇਰੇ ਵਿੱਚ ਨਜ਼ਰ ਆਉਂਦੀ ਸੀ। ਕਿਹੜੀ ਸ਼ੈ? ਕਿਉਂ ਚੁੰਮਦੀ ਸੈਂ? ਕੀ ਏ ਮੇਰੇ ਵਿੱਚ ਜੋ ਉਦੋਂ ਹੈ ਸੀ ਤੇ ਹੁਣ ਨਹੀਂ? ਕੀ ਨਜ਼ਰ ਆਇਆ ਸੀ ਤੈਨੂੰ? ਮੇਰੇ ਵਿੱਚ ਤਲਖੀ ਵੱਧ ਗਈ ਸੀ। ਪਤਾ ਨਹੀਂ ਕੀ ਏ ਤੇਰੇ ਵਿੱਚ, ਉਦੋਂ ਵੀ ਹੈ ਸੀ ਤੇ ਹੁਣ ਵੀ ਹੈ, ਜੋ ਦੂਜਿਆਂ ਵਿੱਚ ਨਹੀਂ ਗੋਗੀ। ਕੁਝ ਨਹੀਂ ਜ਼ੋਰਾ, ਮੇਰੇ ਵਿੱਚ ਕੁਝ ਵੀ ਤੇ ਨਹੀਂ। ਐਵੇਂ ਨਾ ਪਰਚਾ, ਤੈਨੂੰ ਕਿਸੇ ਹੋਰ ਦਾ ਭੁਲੇਖਾ ਪੈਂਦਾ ਹੋਸੀ।
ਮੈਂ ਤਾਨਾ ਮਾਰਿਆ। ਹੋ ਸਕਦਾ ਏ ਇੰਝ ਹੀ ਹੋਵੇ, ਮੈਨੂੰ ਕਿਸੇ ਹੋਰ ਦਾ ਭੁਲੇਖਾ ਪੈਂਦਾ ਹੋਵੇ, ਪਰ ਕੁਝ ਹੈ ਜ਼ਰੂਰ, ਕੋਈ ਵੱਖਰੀ ਸ਼ੈ ਜਿਹਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਪਿਆ ਕਿ ਕਿਹੜੀ ਸ਼ੈ ਹੈ ਤੇਰੇ ਵਿੱਚ। ਮੈਂ ਮੁਸਕਰਾ ਕੇ ਆਖਿਆ, ਜ਼ੋਰਾ ਹੈ ਮੇਰੇ ਵਿੱਚ ਵੱਖਰੀ ਸ਼ੈ, ਗੁੱਸਾ, ਜ਼ਿੱਦ, ਨਫ਼ਰਤ, ਇਸ ਤੋਂ ਇਲਾਵਾ ਕੁਝ ਨਹੀਂ। ਨਹੀਂ ਵੇ, ਗੁੱਸਾ, ਜ਼ਿੱਦ ਤੇ ਨਫ਼ਰਤ ਸਾਰਿਆਂ ਵਿੱਚ ਹੀ ਹੁੰਦੀ ਏ। ਕੋਈ ਦਬਾਈ ਫਿਰਦਾ ਏ ਤੇ ਕੋਈ ਦਬਾ ਨਹੀਂ ਸਕਦਾ, ਪਰ ਤੇਰੇ ਵਿੱਚ ਕੁਝ ਹੋਰ ਏ ਜਿਸ ਦੀ ਮੈਨੂੰ ਖਿੱਚ ਏ। ਉਹ ਕੀ ਏ ਮੈਨੂੰ ਮਾਲੂਮ ਨਹੀਂ। ਤੇਰੀਆਂ ਤੂੰ ਜਾਣੇ ਜ਼ੋਰਾ, ਮੈਨੂੰ ਤੇਰੀਆਂ ਗੱਲਾਂ ਦੀ ਸਮਝ ਨਹੀਂ ਆ ਰਹੀ। ਇੰਨੀ ਗੱਲ ਆਖ ਕੇ ਮੈਂ ਉਹਨੂੰ ਜੱਫੀ ਪਾ ਲਈ। ਉਹ ਜੱਫੀ ਵਿੱਚੋਂ ਨਿਕਲ ਕੇ ਪਰਾਂ ਖਲੋ ਗਈ। ਮੈਂ ਆਖਿਆ, ਜ਼ੋਰਾ ਤੂੰ ਕਹਿਣਾ ਕੀ ਚਾਹੁੰਦੀ ਏ? ਉਸ ਆਖਿਆ, ਵਾਅਦਾ ਕਰ, ਅੱਜ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਸਿਰਫ ਯਾਦ ਰੱਖਾਂਗੇ। ਮੈਂ ਚੁੱਪ ਸਾਂ। ਉਸ ਫੇਰ ਆਖਿਆ, ਇੱਕ ਪਲ ਖਲੋਤਾ ਰਵੀ ਅਮਨ ਨਾਲ, ਮੈਂ ਜ਼ਰਾ ਤੇਰਾ ਮੱਥਾ ਚੁੰਮ ਲਵਾਂ। ਫਿਰ ਉਸ ਇੰਨੇ ਪਿਆਰ ਨਾਲ ਮੇਰਾ ਮੱਥਾ ਚੁੰਮਿਆ ਕਿ ਮੇਰੇ ਅੱਥਰੂ ਨਿਕਲ ਆਏ। ਉਹ ਵੀ ਖੌਰੇ ਆਪਣੇ ਅੱਥਰੂ ਪੂੰਝਦੀ ਹੋਈ ਜਾ ਰਹੀ ਸੀ। ਉਹਦੇ ਸੁਨਹਿਰੇ ਵਾਲਾਂ ਵਿੱਚ ਲਾਲ ਪਰਾਂਦੇ ਨਾਲ ਸਜੀ ਗੁੱਤ ਬਹੁਤ ਸੋਹਣੀ ਲੱਗ ਰਹੀ ਸੀ। ਆਪਣੇ ਆਪ ਮੇਰੇ ਮੂੰਹੋਂ ਨਿਕਲਿਆ, ਭਲਾ ਇਹ ਵੀ ਕੋਈ ਭੁੱਲਣ ਵਾਲੀ ਗੱਲ ਏ ਜ਼ੋਰਾ? ਸੱਜੇ ਹੱਥ ਨਾਲ ਮੈਂ ਆਪਣਾ ਮੱਥਾ ਟੋਹ ਕੇ ਵੇਖਿਆ, ਜਿੱਥੇ ਅਜੇ ਤੀਕਰ ਉਹਦੇ ਬੁੱਲਾਂ ਦੀ ਗਰਮੀ ਨਾਲ ਮੁੜਕਾ ਆਇਆ ਹੋਇਆ ਸੀ। ਮੇਰੇ ਅੰਦਰਲਾ ਫੇਰ ਇੱਕ ਵਾਰੀ ਉਦਾਸ ਹੋ ਗਿਆ। ਕਿਸੇ ਦੀ ਗੱਲ ਦਾ ਮੇਰੇ ਕੋਲ ਅਖਤਿਆਰ ਨਹੀਂ ਸੀ। ਘਰੋਂ ਬਹੁਤ ਦੂਰ ਜਾਵਣ ਦੀ ਮੈਨੂੰ ਇਜਾਜ਼ਤ ਨਹੀਂ ਸੀ। ਟਿਊਬਵੈੱਲ ਉੱਤੇ ਆ ਕੇ ਲੰਡੂ ਨਾਲ ਗੱਲਬਾਤ ਕਰ ਲੈਣੀ ਤੇ ਕਦੀ ਭਾਬੀ ਜਮੀਲਾ ਕੋਲ ਝੱਟ ਬਹਿ ਕੇ ਉਹਦੇ ਕੋਲੋਂ ਰਿਕਾਰਡ ਹੋਏ ਗੀਤ ਸੁਣਦਾ ਸਾਂ। ਇੰਝ ਹੀ ਸਮਾਂ ਬੀਤ ਰਿਹਾ ਸੀ। ਚਾਚੇ ਲੰਡੂ ਦਾ ਆਖਣਾ ਕਿ ਮੈਂ ਜਾ ਕੇ ਹੋਸ਼ਾਂ ਨਾਲ ਗੱਲ ਕਰਾਂ, ਪਰ ਸ਼ਾਦੀ ਤੋਂ ਪਹਿਲਾਂ ਕਿੰਝ ਕਰ ਸਕਦਾ ਸਾਂ। ਮੈਂ ਸ਼ਾਦੀ ਤੋਂ ਬਾਅਦ ਆਖ ਚਾਚੇ ਲੰਡੂ ਨੂੰ ਟਾਲਦਾ ਰਹਿੰਦਾ। ਮੇਰੇ ਨਾਲੋਂ ਮੇਰੀ ਸ਼ਾਦੀ ਦੀ ਕਾਹਲ ਉਹਨੂੰ ਸੀ। ਸ਼ਾਦੀ ਦੀ ਤਿਆਰੀ ਵਾਸਤੇ ਉਹ ਸਾਥੋਂ ਵੀ ਜ਼ਿਆਦਾ ਸਾਡੇ ਕੰਮ ਆਵਣ ਲੱਗ ਪਿਆ ਸੀ। ਪੋਹ ਦੀ ਪਹਿਲੀ ਜੁਮਾ ਰਾਤ ਨੂੰ ਮੇਰਾ ਪਹਿਲਾ ਤੇਲ ਸੀ। ਮੇਰੇ ਸੁਹਾਗ ਗਾਏ ਜਾ ਰਹੇ ਸਨ। ਮੈਨੂੰ ਖਾਰੇ ਉੱਤੇ ਬਿਠਾ ਕੇ ਪਹਿਲੀ ਤਲਾਈ ਚਾੜ੍ਹੀ ਗਈ ਸੀ। ਮੇਰੇ ਸੱਜੇ ਪੈਰ ਨੂੰ 7 ਰੰਗ ਦਾ ਪਸ਼ਮ ਦਾ ਗਾਨਾ ਬੰਨ੍ਹ ਦਿੱਤਾ ਗਿਆ ਤੇ ਹੱਥ ਵਿੱਚ ਖੂੰਡੀ ਜੀ ਨੂੰ ਲੋਹੇ ਦੇ ਛੱਲਿਆਂ ਨਾਲ ਸ਼ਿੰਗਾਰਿਆ ਹੋਇਆ ਸੀ। ਖੂੰਡੀ ਵੀ ਲੋਹੇ ਦੀ ਸੀ। ਖੂੰਡੀ ਵਿੱਚ ਛੱਲੇ ਛਣਕਦੇ ਸੋਹਣੇ ਲੱਗਦੇ ਸਨ। ਪੂਰੇ 7 ਦਿਨ ਰੋਜ਼ ਇੱਕ ਤੇਲ ਹੁੰਦਾ ਸੀ। ਰੋਜ਼ ਮੈਨੂੰ ਵਟਣਾ ਮਲਿਆ ਜਾਂਦਾ ਸੀ ਤੇ ਰੋਜ਼ ਹੀ ਪਿੰਡ ਦੀਆਂ ਸਵਾਣੀਆਂ ਤੇ ਕੁੜੀਆਂ ਖਾਰੇ ਦੁਆਲੇ ਆ ਕੇ ਗਾਉਂਦੀਆਂ ਬਹੁਤ ਚੰਗੀਆਂ ਲੱਗਦੀਆਂ ਸਨ। ਦਿਲ ਕਰਦਾ ਸੀ ਕਿ ਰੋਜ਼ ਇੰਝ ਹੀ ਹੋਵੇ ਤੇ ਵਿਆਹ ਦੀ ਕਾਹਲ ਕੋਈ ਨਹੀਂ ਸੀ। ਮੇਰੇ ਨਾਨਕੇ ਪਿੰਡ ਦੀਆਂ ਕੁੜੀਆਂ 7 ਦਿਨਾਂ ਤੋਂ ਹੀ ਆ ਰਹੀਆਂ ਸਨ। ਉਹ ਸਾਰੀ ਸਾਰੀ ਰਾਤ ਗਾਉਂਦੀਆਂ, ਨੱਚਦੀਆਂ, ਹੱਸਦੀਆਂ ਤੇ ਰੌਣਕ ਲਾਈ ਰੱਖਦੀਆਂ ਸਨ। ਮੈਨੂੰ ਜ਼ਰੇ ਜ਼ਰੇ ਛੇੜਦੀਆਂ, ਮਖੌਲ ਕਰਦੀਆਂ। ਇੰਝ ਜਾਪਦਾ ਸੀ ਮੈਂ ਕਿਸੇ ਰਿਆਸਤ ਦਾ ਰਾਜਾ ਹਾਂ ਤੇ ਇਹ ਸਭ ਦਾਸੀਆਂ ਤੇ ਬੰਦੀਆਂ ਹੋਵਣ ਪੂਰੇ 7 ਦਿਨ ਤੀਕਰ। ਮੇਰਾ ਨਹਾਣਾ ਧੋਣਾ ਤੇ ਬੰਦ ਹੋਇਆ ਸੀ, ਪਰ ਨਾਲ ਹੀ ਮੂੰਹ ਹੱਥ ਤੇ ਕੀ ਪਾਣੀ ਦੀ ਛੱਟ ਉੱਤੇ ਪਾਵਣੀ ਮਨਾਹ ਸੀ। ਕਿਉਂ ਜੋ ਬਹੁਤ ਰੂਪ ਲਈ ਪੂਰੇ 7 ਦਿਨ ਮੈਲਾ ਰਹਿਣਾ ਜ਼ਰੂਰੀ ਸੀ। ਘਰੋਂ ਬਾਹਰ ਰਹਿਣਾ ਤੇ ਕੀ ਘਰੋਂ ਨਿਕਲਣਾ ਵੀ ਇਸ ਲਈ ਬੰਦ ਹੋ ਗਿਆ ਕਿ ਮੇਰਾ ਪਿੰਡਾ ਸੁੱਚਾ ਸੀ। ਸੁੱਚੇ ਪਿੰਡੇ ਰੋਜ਼ ਵਟਣਾ ਮਲਿਆ ਜਾਂਦਾ ਸੀ। ਵਟਣਾ ਮਲੇ ਹੋਏ ਪਿੰਡੇ ਉੱਤੇ ਬਾਹਰ ਦੀਆਂ ਛਾਇਆਂ, ਜਿੰਨ ਭੂਤ ਝੱਟ ਆ ਚੰਬੜਦੀਆਂ ਸਨ। ਬਾਹਰ ਦੀਆਂ ਛਾਇਆਂ ਤੋਂ ਬਚਾਵਣ ਲਈ ਮੈਨੂੰ ਘਰ ਹੀ ਡੱਕ ਦਿੱਤਾ ਗਿਆ। ਅੰਨਾ ਕੀ ਭਾਲੇ 2 ਅੱਖੀਆਂ। ਮੇਰੀ ਕੰਮਾਂ ਕਾਜਾਂ ਤੋਂ ਜਾਨ ਛੁੱਟੀ। 2 ਦਿਨ ਤੇ ਮੈਂ ਬੜੇ ਆਰਾਮ ਤੇ ਖੁਸ਼ੀ ਨਾਲ ਕੱਢੇ, ਪਰ ਤੀਜੇ ਦਿਨ ਮੈਨੂੰ ਘਰ ਬਹਿ ਰਹਿਣਾ ਹੀ ਬਹੁਤ ਬੁਰਾ ਲੱਗਾ। ਸਾਰਾ ਜੁੱਸਾ ਥੱਕਿਆ ਥੱਕਿਆ ਤੇ ਅੱਕਿਆ ਅੱਕਿਆ, ਉਦਾਸ ਉਦਾਸ ਤੇ ਸੁਸਤ ਸੁਸਤ ਰਹਿਣ ਲੱਗ ਪਿਆ ਸੀ। ਮੇਰਾ ਵਿਆਹ ਹੋ ਰਿਹਾ ਸੀ, ਇਸ ਲਈ ਮੈਨੂੰ ਇਹ ਕੈਦ ਵੀ ਕੱਟਣੀ ਪਈ। ਰਿਸ਼ਤੇਦਾਰ ਸਵਾਣੀਆਂ ਰੋਜ਼ ਕੋਈ ਨਾ ਕੋਈ ਚੀਜ਼ ਮੇਰੀ ਝੋਲੀ ਪਾਉਂਦੀਆਂ, ਜਿਹਨੂੰ ਅਸਾਂ ਆਪਣੇ ਰਿਵਾਜ ਮੁਜਬ ਤਲਾਈ ਆਖਦੇ। ਝੋਲੀ ਵਿੱਚ ਆਈ ਚੀਜ਼ ਮੈਂ ਬਾਲਾਂ, ਕੁੜੀਆਂ ਤੇ ਸਵਾਣੀਆਂ ਵਿੱਚ ਵੰਡ ਦਿੰਦਾ। ਇਹੀ ਰੀਤ ਸੀ ਖੌਰੇ ਉਸ ਵੇਲੇ। ਮਾਸੀ ਬਸ਼ੀਰਾਂ ਵੀ ਮੈਨੂੰ ਟਾਂਗਰੀ ਦੀ ਤਲਾਈ ਚਾੜ੍ਹੀ। ਮਾਸੀ ਦੇ ਨਾਲ ਜ਼ੋਰਾ ਤੇ ਮੱਝਾਂ ਵੀ ਸਨ। ਟਾਂਗਰੀ ਵੰਡਦਿਆਂ ਜਦ ਮੈਂ ਜ਼ੋਰਾ ਨੂੰ ਮੁੱਠ ਭਰ ਕੇ ਟਾਂਗਰੀ ਫੜਾਈ ਤਾਂ ਉਸ ਅੱਖਾਂ ਨੀਵੀਆਂ ਕਰ ਲਈਆਂ ਤੇ ਹੱਥ ਅੱਗੇ ਕਰ ਦਿੱਤਾ। ਜੀ ਕੀਤਾ ਕਿ ਸਭ ਕੁਝ ਇੱਥੇ ਸੁੱਟ ਕੇ ਗੋਲ ਵੀਣੀ ਵਾਲਾ ਗੋਰਾ ਹੱਥ ਚੁੰਮ ਲਵਾਂ, ਪਰ ਮੈਂ ਇੰਝ ਨਹੀਂ ਸਾਂ ਕਰ ਸਕਦਾ। ਮਾਝਾਂ ਝੱਟ ਕਰਕੇ ਉੱਥੋਂ ਇੱਕ ਟਾਂਗਰੀ ਫੜ ਕੇ ਮੇਰੇ ਮੂੰਹ ਵਿੱਚ ਪਾ ਦਿੱਤੀ ਤੇ ਨਾਲ ਹੀ ਇੱਕ ਹਟਕੋਲੀ ਪਿਆਰ ਨਾਲ ਮੇਰੇ ਸਿਰ ਉੱਤੇ ਜੜ ਦਿੱਤੀ। ਮਾਝਾਂ ਦੀ ਸ਼ਰਾਰਤ ਨਾਲ ਹੱਸਦੇ ਹੋਏ ਹੋਰ ਕੁੜੀਆਂ ਵੀ ਇੰਝ ਹੀ ਸ਼ਰਾਰਤ ਕੀਤੀ। ਮਾਝਾਂ ਇਹ ਸ਼ਰਾਰਤ ਕਰਨ ਲਈ ਜ਼ੋਰਾ ਨੂੰ ਵੀ ਇਸ਼ਾਰਾ ਕੀਤਾ,
ਪਰ ਉਸ ਸ਼ਰਾਰਤ ਨਾ ਕੀਤੀ, ਸਗੋਂ ਉਸ ਮੇਰੇ ਵੱਲ ਅੱਖਾਂ ਭਰ ਕੇ ਤੱਕਿਆ ਤੇ ਧਿਆਨ ਨੀਵਾਂ ਕਰ ਲਿਆ। ਮੇਰੇ ਕਲੇਜੇ ਵਿੱਚ ਜਿਵੇਂ ਕਿਸੇ ਰੁੱਗ ਭਰ ਲਿਆ ਹੋਵੇ। ਹਰ ਰੋਜ਼ ਗਾਂ ਦੇ ਗੋਹੇ ਦਾ ਪੋਚਾ ਫੇਰ ਕੇ ਖਾਰੇ ਦੇ ਹੇਠਾਂ ਸਰੋਂ ਦੇ ਤੇਲ ਦਾ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ। 8ਵੇਂ ਦਿਨ ਸ਼ਾਮ ਨੂੰ ਵਾਜੇ ਵਾਲੇ ਆ ਗਏ। ਰਾਤ ਉਹਨਾਂ ਇੱਥੇ ਹੀ ਰਹਿਣਾ ਸੀ। ਉਹਨਾਂ ਝਟਕ ਸਾਡੀ ਝੁੱਗੀ ਸਾਹਮਣੇ ਵਾਜਾ ਵਜਾਇਆ, ਕੁਝ ਵੇਲਾਂ ਲਈਆਂ ਤੇ ਫਿਰ ਵਾਜਾ ਵਜਾਉਣਾ ਬੰਦ ਕਰ ਦਿੱਤਾ। ਵਾਜੇ ਵਾਲਿਆਂ ਦੇ ਰਾਤ ਕੱਟਣ ਲਈ ਇੱਕ ਡੰਗਰਾਂ ਵਾਲਾ ਅੰਦਰ ਵਿਹਲਾ ਕਰਕੇ ਭੋਏ ਉੱਤੇ ਪਰਾਲੀ ਵਿਛਾ ਦਿੱਤੀ, ਕੁਝ ਲੇਫ ਦੇ ਦਿੱਤੇ। ਦੂਜੇ ਆਏ ਪ੍ਰਾਹੁਣਿਆਂ ਨਾਲ ਵੀ ਇੰਝ ਹੀ ਹੋਇਆ ਸੀ। ਰਾਤ ਦੀ ਰੋਟੀ ਸਾਰੇ ਪਿੰਡ ਨੂੰ ਦਿੱਤੀ ਗਈ, ਜਿਹਨੂੰ ਅਸਾਂ ਲੋਕ ਸੰਭਾਲ ਆਖਦੇ ਸਾਂ। ਰਾਤ ਨੂੰ ਕੁੜੀਆਂ ਮੁੰਡੇ ਵੱਖ-ਵੱਖ ਰੌਣਕਾਂ ਲਾਈ ਬੈਠੇ ਸਨ। ਕੁੜੀਆਂ ਗਿੱਧਾ ਪਾਇਆ, ਨੱਚਿਆ ਗਾਇਆ ਤੇ ਮੁੰਡਿਆਂ ਲੁੱਡੀ ਤੇ ਭੰਗੜਾ ਪਾ ਕੇ ਜੀ ਰਾਜ਼ੀ ਕੀਤਾ। ਵਡੇਰੇ ਤੇ ਬਜ਼ੁਰਗਾਂ ਬਾਤਾਂ ਪਾ ਕੇ ਰਾਤ ਗੁਜ਼ਾਰੀ। ਰਾਤ ਨੂੰ ਭੂਆ ਦੀ ਜੰਝ ਵੀ ਆਈ ਸੀ। ਕੁਝ ਦੇਰ ਜੰਝ ਵਾਲਿਆਂ ਵੀ ਖੇਡ ਤਮਾਸ਼ਾ ਕੀਤਾ। ਰਾਤ ਨੂੰ ਗੁੜ ਤੇ ਲੂਣ ਵਾਲੇ ਚੌਲ ਦੀਆਂ ਦੇਗਾਂ ਪੱਕੀਆਂ ਸਨ ਤੇ ਦਿਨ ਨੂੰ ਵੀ ਇੰਝ ਦਾ ਹੀ ਵਰਤਾਰਾ ਸੀ। ਡੀਗਰ ਵੇਲੇ ਭੂਆ ਦੀ ਡੋਲੀ ਚਲੀ ਗਈ ਤਾਂ ਮੇਰੀ ਜੰਝ ਦੀ ਤਿਆਰੀ ਸ਼ੁਰੂ ਹੋਈ। ਸੋਤੇ ਵੇਲੇ ਤੀਕਰ ਤਿਆਰੀਆਂ ਹੀ ਹੁੰਦੀਆਂ ਰਹੀਆਂ ਸਨ। ਇਸ ਤੋਂ ਪਹਿਲਾਂ ਮੈਨੂੰ ਨਹਾਵਣ ਲਈ ਖਾਰੇ ਉੱਤੇ ਬਿਠਾਇਆ ਗਿਆ। ਮਾਮੇ ਮੇਰੇ ਤੋਂ ਪਾਣੀ ਵਾਰ ਰਹੇ ਸਨ ਤੇ ਕੁੜੀਆਂ ਘੋੜੀਆਂ ਗਾ ਰਹੀਆਂ ਸਨ। ਖਾਰੇ ਸਾਹਮਣੇ ਕੁਝ ਚੱਪਣੀਆਂ ਤੇ ਠੂਠੀਆਂ ਰੱਖੀਆਂ ਗਈਆਂ ਸਨ। ਵਾਰ-ਵਾਰ ਗਾਇਆ ਜਾ ਰਿਹਾ ਸੀ, ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋਰੀ ਦਾ, ਇਸ ਵੇਲੇ ਦੀ ਲੋੜ ਮਾਮਾ ਲੋੜੀ ਦਾ। ਮਾਮਿਆਂ ਮੇਰੇ ਬਾਰੇ ਭਰੇ ਦਿੱਤੇ। ਖਾਰੇ ਲਾਗੇ ਸਾਡਾ ਜੱਦੀ ਮਰਾਸੀ ਵੀ ਆ ਖਲੋਤਾ। ਉਸ ਮੇਰੇ ਲੱਥੇ ਲੀੜੇ ਲੈਣੇ ਸਨ, ਜਿਹੜੇ ਪਹਿਲੇ ਹੀ ਪਾਟੇ ਤੇ ਪੁਰਾਣੇ ਸਨ। ਕੁਝ ਵੇਲਾਂ ਵੀ ਲੈਣੀਆਂ ਸਨ, ਜਿਹੜੀਆਂ ਸਵਾਣੀਆਂ ਤੇ ਮੇਰੇ ਘਰਦਿਆਂ ਦੇਣੀਆਂ ਸਨ। ਮਰਾਸੀ ਮੇਰੇ ਪਿਓ ਦਾਦੇ ਤੇ ਪੂਰੀ ਜੱਦ ਦੀ ਤਾਰੀਫ ਬਹੁਤ ਕੀਤੀ। ਉਹਦੀ ਤਾਰੀਫ ਤੋਂ ਜਾਪਦਾ ਸੀ ਜਿਵੇਂ ਪੂਰੇ ਇਲਾਕੇ ਵਿੱਚ ਅਸੀਂ ਤੇ ਸਾਡਾ ਕੁਨਬਾ ਉੱਚੇ ਤੇ ਆਲਾ ਲੋਕਾਂ ਦਾ ਏ ਤੇ ਬਾਕੀ ਜਹਾਨ ਥੱਲੇ ਹੀ ਥੱਲੇ ਤੇ ਹੀਣਾ ਏ। ਮੈਨੂੰ ਅੰਦਰੋਂ ਅੰਦਰ ਹਾਸਾ ਵੀ ਆ ਰਿਹਾ ਸੀ ਤੇ ਸ਼ਰਮਿੰਦਗੀ ਵੀ। ਮੈਂ ਸੋਚਿਆ ਜੇ ਸਾਰੇ ਜੱਗ ਨਾਲੋਂ ਅਸਾਂ ਉੱਚੇ ਆਂ ਤੇ ਫਿਰ ਨੀਵਾਂ ਕੌਣ ਏ। ਮੇਰੇ ਘਰ ਵਾਲੇ ਤੇ ਦੂਜੇ ਸਾਕ ਮਰਾਸੀ ਦੀ ਤਾਰੀਫ ਉੱਤੇ ਬਹੁਤ ਖੁਸ਼ ਸਨ। ਉਹਨਾਂ ਮਰਾਸੀ ਨੂੰ ਰੱਜ ਵੇਲਾਂ ਦਿੱਤੀਆਂ। ਮਰਾਸੀ ਦੇ ਹਟਣ ਮਗਰੋਂ ਮੈਨੂੰ ਮਾਂ ਵੱਲੋਂ ਹੁਕਮ ਹੋਇਆ ਕਿ ਖਾਰੇ ਉੱਤੋਂ ਚੱਪਣੀਆਂ ਤੇ ਠੂਠੀਆਂ ਉੱਤੇ ਛਾਲ ਮਾਰਨੀ ਹੈ। ਚੱਪਣੀਆਂ ਤੇ ਠੂਠੀਆਂ ਭੰਨਣੀਆਂ ਸਨ, ਪਰ ਉੱਥੇ ਤੇ ਪਾਣੀ ਨਾਲ ਚਿੱਕੜ ਹੋ ਗਿਆ ਸੀ। ਮੈਂ ਉੱਥੇ ਛਾਲ ਮਾਰੀ ਤੇ 1-2 ਚੱਪਣੀਆਂ ਠੂਠੀਆਂ ਟੁੱਟੀਆਂ ਹੋਣੀਆਂ ਹੋਸਣ, ਪਰ ਚਿੱਕੜ ਦੀਆਂ ਛਿੱਟਾਂ ਦੁਆਲੇ ਦੇ ਸਭ ਲੋਕਾਂ ਤੇ ਪਈਆਂ ਸਨ। ਆਪਣੇ ਉੱਤੇ ਚਿੱਕੜ ਪਵਾ ਕੇ ਵੀ ਲੋਕ ਖੁਸ਼ ਹੋ ਰਹੇ ਸਨ। ਹੱਸਦੇ-ਹੱਸਦੇ ਮਾਮਿਆਂ ਚਾਚਿਆਂ ਬਾਕੀ ਠੂਠੀਆਂ ਨੂੰ ਆਪਣੇ ਪੈਰਾਂ ਨਾਲ ਭੰਨਿਆ। ਪਤਾ ਨਹੀਂ ਕੀ ਮਿਲਦਾ ਸੀ ਠੂਠੀਆਂ ਚੱਪਣੀਆਂ ਭੰਨਣ ਵਿੱਚ। ਕੋਈ ਬਲਾ ਟਲੀ ਸੀ ਜਾਂ ਕੋਈ ਚੜ੍ਹਤਲ ਦਾ ਸ਼ਗਨ ਸੀ। ਮੈਨੂੰ ਨਵੇਂ ਲੀੜੇ ਪਵਾ ਕੇ ਪੱਗ ਬੰਨ੍ਹ ਦਿੱਤੀ ਗਈ। ਪੱਗ ਉੱਤੇ ਸੁਨਹਿਰੀ ਤਾਰਾਂ ਵਾਲਾ ਸਿਹਰਾ ਜੜਿਆ ਗਿਆ। ਜਦ ਫਲੇਰਾਂ ਫੁੱਲਾਂ ਦਾ ਸਿਹਰਾ ਲੈ ਕੇ ਆਇਆ, ਉਹ ਵੀ ਮੇਰੇ ਸਿਰ ਉੱਤੇ ਵੱਜ ਗਿਆ। ਪੋਹ ਦੇ ਦਿਨ ਸਨ। ਨਹਾਵਣ ਨਾਲ ਮੈਨੂੰ ਠੰਡ ਲੱਗ ਰਹੀ ਸੀ। ਮੈਂ ਬੋਲ ਨਹੀਂ ਸਾਂ ਸਕਦਾ, ਕਿਉਂ ਜੋ ਨੀਂਗਰ ਚੰਦ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ। ਜੇ ਨੀਂਗਰ ਚੰਦ ਬੋਲੇ ਤਾਂ ਝਬਾੜਾ ਸਦਾਵਦਾ ਏ। ਮੇਰੀ ਤਕਲੀਫ ਦਾ ਕਿਸੇ ਨੂੰ ਕੋਈ ਖਿਆਲ ਨਹੀਂ ਸੀ। ਸਾਰੇ ਆਪਣੇ ਆਪਣੇ ਚਾਅ ਤੇ ਤਿਆਰੀਆਂ ਵਿੱਚ ਰੁੱਝੇ ਹੋਏ ਸਨ। ਠੰਡ ਨਾਲ ਮੇਰੇ ਦੰਦ ਪਏ ਵੱਜਦੇ ਸਨ। ਮੇਰੀ ਮਾਂ ਨੂੰ ਪਤਾ ਨਹੀਂ ਕਿਵੇਂ ਮਾਲੂਮ ਹੋਇਆ। ਉਸ ਇੱਕ ਖੇਸ ਲਿਆ ਕੇ ਮੇਰੇ ਦੁਆਲੇ ਵਲੇਟ ਦਿੱਤਾ ਤਾਂ ਕੁਝ ਠੰਡ ਵੱਲੋਂ ਆਰਾਮ ਹੋਇਆ। ਫੁੱਲਾਂ ਦੀ ਖੁਸ਼ਬੂ ਨਾਲ ਮੇਰੇ ਜੁੱਸੇ ਵਿੱਚ ਨਸ਼ਾ ਹੋ ਰਿਹਾ ਸੀ। ਸੱਜਰੇ ਫੁੱਲਾਂ ਦੀ ਖੁਸ਼ਬੂ ਇੰਨੀ ਪਿਆਰੀ ਤੇ ਭਲੀ ਸੀ ਕਿ ਮੇਰਾ ਦਿਮਾਗ ਜਾਰੀ ਨਾ ਸਕਿਆ। ਸਿਹਰੇ ਵਿੱਚ ਕਈ ਕਿਸਮ ਦੇ ਫੁੱਲ ਸਨ। ਮੇਰੇ ਦਿਮਾਗ ਕਈ ਫੁੱਲਾਂ ਦੀ ਵਾਸ਼ਨਾ ਸੁੰਘੀ ਨਹੀਂ ਸੀ। ਗੋਹੇ ਤੇ ਚਿੱਕੜ ਵਿੱਚ ਰਹਿਣ ਵਾਲੇ ਦਿਮਾਗ ਨੂੰ ਭਲਾ ਫੁੱਲਾਂ ਦੀ ਵਾਸ਼ਨਾ ਦੀ ਕੀ ਕਦਰ। ਫੁੱਲਾਂ ਦੇ ਨਸ਼ੇ ਨਾਲ ਮੈਨੂੰ ਨੀਂਦਰ ਆ ਗਈ। ਮੈਂ ਬਥੇਰੀ ਹਿੰਮਤ ਕਰਕੇ ਅੱਖ ਖੋਲ੍ਹਦਾ ਸਾਂ, ਪਰ ਅੱਖ ਤੇ ਮੱਲੋ ਮੱਲੀ ਬੰਦ ਹੋ ਜਾਂਦੀ ਸੀ। ਉੱਧਰ ਧੌਂਸੇ ਸੱਟ ਵੱਜੀ। ਜੰਝ ਤਿਆਰ ਹੋਈ। ਵਾਜੇ ਖੜਕ ਪਏ, ਜਿਵੇਂ ਫੌਜਾਂ ਕਿਸੇ ਮਹਾਜ ਉੱਤੇ ਚੱਲੀਆਂ ਨੇ, ਕੋਈ ਕਿਲ੍ਹਾ ਫਤਿਹ ਕਰਨਾ ਏ। ਪਰ ਮੈਨੂੰ ਮੁੜ-ਮੁੜ ਨੀਂਦਰ ਦੇ ਦੌਰੇ ਪੈ ਰਹੇ ਸਨ। ਘਰ ਦੇ ਮੈਨੂੰ ਉਠਾਵਣ, ਮੈਂ ਉੱਠਾਂ ਤੇ ਫੇਰ ਬਹਿ ਜਾਵਾਂ। ਉਹ ਬੁਲਾਵਣ, ਕੀ ਗੱਲ ਏ, ਤੂੰ ਉੱਠਦਾ ਕਿਉਂ ਨਹੀਂ, ਜੰਝ ਤਿਆਰ ਖਲੋਤੀ ਏ। ਮੈਂ ਬੋਲਾਂ ਤੇ ਆਵਾਜ਼ ਭਾਰੀ ਨੀਂਦਰ ਭਰੀ, ਮੈਥੋਂ ਬੋਲਿਆ ਨਾ ਜਾਵੇ। ਰੌਲਾ ਪੈ ਗਿਆ ਕਿ ਮੁੰਡੇ ਨੂੰ ਬਾਹਰ ਦੀਆਂ ਸ਼ੈਆਂ ਘੁੱਟ ਲਿਆ ਏ। ਸਵਾਣੀਆਂ ਅਫਸੋਸ ਕਰਨ ਲੱਗ ਪਈਆਂ। ਜਵਾਨ ਕੁੜੀਆਂ ਹੁਮ-ਹੁਮਾ ਕੇ ਮੈਨੂੰ ਵੇਖਣ ਆਈਆਂ। ਮੇਰੀ ਨਾਨੀ ਮੇਰੀ ਮਾਂ ਨੂੰ ਬਹੁਤ ਗੁੱਸੇ ਹੋਈ ਕਿ ਤੂੰ ਗੋਗੀ ਨੂੰ ਘਰੋਂ ਬਾਹਰ ਕਿਉਂ ਜਾਵਣ ਦਿੱਤਾ। ਮੇਰੀ ਮਾਂ ਵਾਰ-ਵਾਰ ਆਖੇ,
ਨਹੀਂ ਅੰਮਾ, ਮੈਂ ਤੇ ਪੂਰੇ 8 ਦਿਨ ਇਹਨੂੰ ਘਰੋਂ ਨਿਕਲਣ ਹੀ ਨਹੀਂ ਦਿੱਤਾ। ਇਹਨੂੰ ਕੋਈ ਸਾਇਆ ਨਹੀਂ। ਫੇਰ ਕੀ ਏ ਕੁੜੀਏ, ਮੇਰਾ ਦਿਲ ਪਿਆ ਡੁੱਬਦਾ ਏ। ਮੇਰੀ ਮਾਂ ਆਪਣੀ ਮਾਂ ਨੂੰ ਤਸੱਲੀ ਦਿੰਦਿਆਂ ਆਖਿਆ, ਫਿਕਰ ਵਾਲੀ ਕੋਈ ਗੱਲ ਨਹੀਂ ਏ ਮਾਂ। ਮਾਂ ਮੇਰੇ ਮੂੰਹ ਉੱਤੋਂ ਸਿਹਰਾ ਚੁੱਕ ਕੇ ਕੁਝ ਹਵਾ ਲਵਾਈ ਤੇ ਮੈਨੂੰ ਹੋਸ਼ ਆ ਗਈ। ਮੈਂ ਉੱਠ ਬੈਠਾ, ਖੁੰਡੀ ਫੜ ਲਈ। ਨਾਨੀ ਪੁੱਛਿਆ, ਵੇ ਗੋਗੀ, ਕੀ ਗੱਲ ਸੀ? ਤੂੰ ਤੇ ਡਰਾ ਹੀ ਦਿੱਤਾ ਸੀ। ਕੁਝ ਨਹੀਂ ਨਾਨੀ, ਫੁੱਲਾਂ ਦੀ ਖੁਸ਼ਬੂ ਨਾਲ ਮੈਨੂੰ ਨੀਂਦਰ ਆ ਗਈ ਸੀ। ਨਾਨੀ ਮੈਨੂੰ ਪਿਆਰ ਕੀਤਾ ਤੇ ਮੇਰੇ ਛੋਟੇ ਮਾਮੇ ਨੂੰ ਹੁਕਮ ਦਿੱਤਾ ਕਿ ਤੂੰ ਇਹਦੇ ਨਾਲ ਰਵੀਂ, ਪਲ ਪਲ ਸਿਹਰਾ ਚੁੱਕ ਕੇ ਇਹਨੂੰ ਹਵਾ ਲਵਾਉਂਦਾ ਰਵੀਂ। ਮਾਮੇ ਮਖੌਲ ਕਰਦਿਆਂ ਆਖਿਆ, ਇੰਜ ਨਾ ਕਰੀਏ ਮਾਂ, ਸਿਹਰਾ ਲਾ ਲਈਏ, ਨੇੜੇ ਜਾ ਕੇ ਬੰਨ੍ਹ ਲਵਾਂਗੇ। ਨਾਨੀ ਆਖਿਆ, ਨਾ, ਇਹ ਬੇਸ਼ਗਨੀ ਏ, ਤੂੰ ਹਵਾ ਲਵਾਉਂਦਾ ਜਾਵੀਂ। ਮਾਮੇ ਦੇ ਮਖੌਲ ਨੂੰ ਭਲਾ ਮੈਂ ਕਿੱਥੇ ਜਰ ਲੈਣਾ ਸੀ। ਝੱਟ ਆਖਿਆ, ਨਾਨੀ ਇਹਨੂੰ ਆਖ ਮੋਢਿਆਂ 'ਤੇ ਚੁੱਕ ਲਵੇ, ਜਿਵੇਂ ਇਸ 34 ਚੱਕ ਵਾਲੀ ਨਹਿਰ ਪਾਰ ਕਰਵਾਉਣ ਲਈ ਚੁੱਕਿਆ ਸੀ। ਤੂੰ ਅਜੇ ਵੀ ਨਹੀਂ ਸ਼ਰਾਰਤ ਤੋਂ ਬਾਜ ਆਇਆ। ਮਾਮੇ ਮੇਰਾ ਮੋਢਾ ਫੜ ਕੇ ਘੁੱਟ ਕੇ ਆਖਿਆ, ਸ਼ਰਮ ਕਰ, ਵੱਡਾ ਏ ਤੂੰ। ਮੈਂ ਬਚਪਨ ਵਾਲੀ ਸ਼ਿਕਾਇਤ ਲਾਈ, ਨਾਨੀ ਮਾਰਦਾ ਈ। ਨਾਨੀ ਖੁਸ਼ ਹੋ ਕੇ ਮੈਨੂੰ ਜੱਫੇ ਵਿੱਚ ਲੈ ਕੇ ਪਿਆਰ ਕਰਦਿਆਂ ਆਖਿਆ, ਕਿੰਨਾ ਪਿਆਰ ਏ ਮਾਮੇ ਭਣੇਵੇਂ ਦਾ, ਰੱਬ ਹਯਾਤੀ ਦੇਵੇ। ਜੰਝ ਟੁਰ ਪਈ, ਨੇੜੇ ਹੀ ਜਾਣਾ ਸੀ। ਪੈਦਲ ਹੀ ਮੇਰੀ ਜੰਝ ਰਵਾਨਾ ਹੋਈ। ਮੇਰੇ ਵਿਆਹ ਉੱਤੇ ਪਿਓ ਦਾ ਖਰਚਾ ਬਹੁਤ ਹੋ ਰਿਹਾ ਸੀ। ਸਾਡੇ ਕੁਣਬੇ ਵਿੱਚੋਂ ਪਹਿਲਾ ਵਿਆਹ ਸੀ। ਵੱਡਾ ਪੁੱਤਰ ਸਾਂ ਆਪਣੇ ਮਾਪਿਆਂ ਦਾ। ਪਿਓ ਕੁਝ ਤੇ ਡੰਗਰ ਵੇਚੇ, ਕੁਝ ਜ਼ਿਮੀਂਦਾਰ ਕੋਲੋਂ ਕਰਜ਼ਾ ਵੀ ਲਿਆ ਹੋਣਾ ਏ। ਮਾਂ ਵੀ ਮੇਰੇ ਸਾਰੇ ਸ਼ਗਨ ਪੂਰੇ ਕਰ ਰਹੀ ਸੀ। ਖਰਚੇ ਵਿੱਚ ਕੋਈ ਕੰਜੂਸੀ ਨਹੀਂ ਸੀ ਵਰਤੀ ਗਈ। ਆਪਣੀ ਹੈਸੀਅਤ ਤੋਂ ਬਹੁਤਾ ਖਰਚ ਹੋ ਰਿਹਾ ਸੀ। ਕਮੀਆਂ ਤੇ ਲਾਗੀਆਂ ਨੂੰ ਖੁੱਲ੍ਹੇ ਹੱਥ ਨਾਲ ਪੈਸੇ ਦਾਨ ਕੀਤੇ ਜਾ ਰਹੇ ਸਨ। ਸਭ ਤੋਂ ਹੇਠਲੇ ਤਬਕੇ ਦੇ ਅਸਾਂ ਲੋਕ ਪੁੱਤਰ ਜਾਈਏ ਤਾਂ ਸੱਜਾ ਖੱਬਾ ਕੁਝ ਨਹੀਂ ਵੇਖਦੇ। ਕਮੀਆਂ ਦੀਆਂ ਤਾਰੀਫਾਂ ਤੇ ਅਸੀਸਾਂ ਨਾਲ ਅਸਾਂ ਆਪਣੇ ਆਪ ਨੂੰ ਸੱਚਮੁੱਚ ਰਾਜੇ ਤੇ ਅਣਖੀ ਸੂਰਮੇ ਸਮਝਣ ਲੱਗ ਪਏ ਸਾਂ। ਮੇਰਾ ਪਿਓ ਵੀ ਆਪਣੇ ਆਪ ਨੂੰ ਪਤਾ ਨਹੀਂ ਸੀ ਕੀ ਸਮਝਣ ਲੱਗ ਪਿਆ ਸੀ। ਉਹਦੀ ਅੱਡੀ ਨਹੀਂ ਸੀ ਭੋਏ 'ਤੇ ਲੱਗਦੀ। ਜਾਂਝੀ ਵੀ ਧਾੜਵੀ ਜਾਪਦੇ ਸਨ। ਪੋਹ ਦੀ ਰਾਤ ਪਾਲੇ ਦਾ ਜ਼ੋਰ। ਹਨੇਰੇ ਵਿੱਚ ਜੰਗਲ ਦੇ ਰਾਹ ਉੱਤੇ ਨੱਚਦੇ ਟੱਪਦੇ, ਨਾਅਰੇ ਮਾਰਦੇ ਜਾਂਝੀ ਚੜ੍ਹਾਈ ਕੀਤੀ ਜਾਂਦੇ ਸਨ। ਮੇਰੇ ਪਿਓ ਦੇ ਚਾਚੇ ਨਾਰਾਜ਼ ਸਨ। ਉਹ ਜੰਝ ਨਾਲ ਨਹੀਂ ਸਨ ਗਏ। ਮੇਰੇ ਸਹੁਰੇ ਦੀ ਮਾਂ ਦੇ ਭਰਾ ਸਨ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।